देखो ये तिन्ने कानूनों का जो किसानां आड़तियां मंडियां ते मजदूरां दे उत्ते देश वासियां ते असर होना सी ਉਹਦੇ ਪਹਿਲੇ ਜਿਹੜੇ ਨਤੀਜੇ ਨੇ ਆਉਣੇ ਸ਼ੁਰੂ ਹੋ ਗਏ ਨੇ। ਵਾਈ ਮੀਡੀਆ ਕੱਢਿਆ ਗਿਆ ਕਿ ਕਿਵੇਂ ਕਿਸਾਨਾਂ ਨੂੰ ਅੱਧੇ ਪਚੱਧੇ ਕਿਸਾਨਾਂ ਨੂੰ ਜਿਹੜਾ ਉਹ ਐਮਐਸਪੀ ਤੋਂ ਵਾਂਝਾ ਕਰ ਦਿੱਤਾ ਜਾਵੇ ਤੇ ਜਿਹੜਾ ਸਰਕਾਰ ਦੇ ਉੱਤੇ ਭਾਰ ਪੈਂਦਾ ਪੀਡੀਐਸ ਦਾ ਇਹਨੂੰ ਘਟਾ ਲਿਆ ਜਾਵੇ। ਇਹ ਬਹੁਤ ਮਾੜੀ ਜਿਹੜੀ ਸੋਚ ਲੈ ਕੇ ਚੱਲਿਆ ਜਾ ਰਿਹਾ। ਮੈਂ ਸਮਝਦਾ ਵੀ ਕਿਸਾਨ ਵਰਗ ਜਿਹੜਾ ਹੈਗਾ ਇਹ ਇਸ ਵੇਲੇ ਆਪਣਾ ਜ਼ਿੰਦਗੀ ਮੌਤ ਦੀ ਲੜਾਈ ਸਮਝ ਕੇ ਲੜ ਰਿਹਾ ਹੈ। वचन करके आए हैं मतलब किसान आगूआं नूं कि आड़ती वर्ग जिहड़ा है वो तुहाडे नाल मोढे नाल मोढा ला के बंद भी और मंडियां दे विच हड़ताल भी और दिल्ली दे विच इस रोस धरने शमूलीयत दे विच भी पूरा हिस्सा लेगा। तां APMC पंजाब हरियाणे दी जिहड़ी है वो किसान नूं हक दिंदी है कि वो फसल जिथे मर्जी बीजे जिथे मर्जी वड्डे वो मंडी च लिया के जदों दा जे फार्म विक गया ਉਹਦੇ पैसे ਉਹਨੂੰ सरकार नूं देने पैणगे। गन्ने की पेमेंट बिना आड़तियां तो मिलती सी, गन्ने की पेमेंट कोई आड़ती नहीं सी हुंदा, लेकिन उत्थे किसानां दा इन्ना बुरा हाल हुंदा कि 3-3 साल पैसे नहीं मिलते। यूपी दे विच आड़ती है नहीं, सीधा किसान जिहड़े ने वो गोदामां जाके माल वेचदे ने। 10-10 किलोमीटर लंबियां लाइनां लगदियां ने, किसान 6-6 दिन ट्रालियां दे उत्ते मच्छर दे विच जिहड़ा रातां गुजारदे ने। लेकिन जिथे आड़ती सिस्टम है शाम ਨੂੰ ਮੋਢੇ ਤੇ ਪਰਨਾ ਰੱਖ ਕੇ ਕਿਸਾਨ ਸ਼ਾਨ ਨਾਲ ਘਰੇ ਆਪਣੇ ਬੱਚਿਆਂ 'ਚ ਜਾਂਦਾ ਹੈ। ਸੋ ਆੜਤੀਆਂ ਦੇ ਨਾਲ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ। ਇਹ ਜੋ ਲੋਕ ਇਹ ਪ੍ਰਚਾਰ ਕਰਦੇ ਨੇ ਵੀ ਆੜਤੀ ਖਤਮ ਹੋ ਜਾਣਗੇ, ਕਿਸਾਨਾਂ ਨੂੰ ਸਿੱਧੀ ਪੇਮੈਂਟ ਮਿਲੇਗੀ, ਵਿਚੋਲੀਆ ਖਤਮ ਹੋ ਜਾਏਗਾ, ਇਹ ਵਿਚੋਲੀਆ ਨਹੀਂ ਖਤਮ ਹੋਏਗਾ। ਇਹ ਕਿਸਾਨ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਇਹ ਸਰਕਾਰ ਚੱਲ ਰਹੀ ਹੈ। ਇਹਦੇ ਨਾਲ ਇਹ ਦੇਸ਼ ਦਾ ਭਲਾ ਹੋ ਸਕਦਾ ਅਗਰ ਸਾਰਾ ਸਰਕਾਰੀ ਤੰਤਰ ਖਤਮ ਕਰਤਾ। ਇਹ ਇੱਕ ਹੋਟਲ 'ਚ ਮੀਟਿੰਗ ਕਰਕੇ ਸਾਰੀਆਂ ਕੰਪਨੀਆਂ ਪੂਰੇ ਦੇਸ਼ ਵਾਸੀਆਂ ਨੂੰ ਲੁੱਟਿਆ ਕਰਨਗੀਆਂ ਔਰ ਇਸ ਦੇਸ਼ ਦੇ ਵਿੱਚ ਜਿਹੜਾ ਹੈ ਅਰਾਜਕਤਾ ਫੈਲ ਜਾਏਗੀ। ਜੇ ਪਰਮਾਤਮਾ ਨੇ ਚਾਹਿਆ, ਅਗਰ ਗੁਰੂ ਸਾਹਿਬ ਨੇ ਮਿਹਰ ਰੱਖੀ, ਆਉਣ ਵਾਲੀ ਸਰਕਾਰ ਕਿਸਾਨਾਂ ਦੀ ਬਣੇਗੀ ਔਰ ਕਿਸਾਨ ਵੀਰ ਜਿਹੜੇ ਨੇ ਇਹ ਸਾਰੇ ਹਿੰਦ ਵਾਸੀਆਂ ਨੂੰ ਇੱਕ ਵਧੀਆ ਪ੍ਰਸ਼ਾਸਨ ਦੇਣਗੇ। ਇਹ ਜਿਹੜੇ ਲਟੇਰੇ ਨੇ ਸਭ ਨੂੰ ਘਰੇ ਤੋੜ ਦੇਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ। ਸਿੰਘੂ ਬਾਰਡਰ ਦੇ ਉੱਤੇ ਇਸ ਵੇਲੇ ਮੌਜੂਦ ਹਾਂ। ਜਿਵੇਂ ਕਿ ਹਰ ਵਾਰ ਤੁਹਾਨੂੰ ਦੱਸਦੇ ਹਾਂ ਕਿ ਇਸ ਵੇਲੇ ਸਰਕਾਰ ਦਾ ਜਿਹੜਾ ਪੂਰਾ ਜ਼ੋਰ ਹੈ ਇਸ ਵੇਲੇ ਇਲੈਕਸ਼ਨਸ ਦੇ ਵਿੱਚ ਲੱਗਿਆ ਹੋਇਆ ਜੋ ਕਿ ਬੰਗਾਲ ਦੇ ਵਿੱਚ ਹੋ ਰਹੀਆਂ ਨੇ, ਤੇ ਦੂਸਰੇ ਪਾਸੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਵੀ ਜ਼ੋਰ ਲੱਗਿਆ ਹੋਇਆ ਵੀ ਬੀਜੇਪੀ ਨੂੰ ਵੋਟ ਨਾ ਪਵੇ ਤੇ ਹੋਰ ਕਿਸੇ ਵੀ ਪਾਰਟੀ ਨੂੰ ਪੈ ਜਾਵੇ। ਇਹਨਾਂ ਸਭ ਚੀਜ਼ਾਂ ਦੇ ਵਿੱਚ ਹੀ ਅੱਜ ਟ੍ਰੇਡ ਯੂਨੀਅਨਸ ਦੇ ਨਾਲ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਅੱਗੇ ਦੀਆਂ ਰਣਨੀਤੀਆਂ ਜਿਹੜੀਆਂ ਨੇ ਉਹ ਉਲੀਕੀਆਂ ਜਾਂਦੀਆਂ ਨੇ। ਰਵਿੰਦਰ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਆੜਤੀ ਐਸੋਸੀਏਸ਼ਨ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਮੀਟਿੰਗ ਹੋਈ ਹੈ, ਉਸ ਦੇ ਵਿੱਚ ਕਈ ਅਹਿਮ ਫੈਸਲੇ ਵੀ ਲਏ ਗਏ ਨੇ ਆੜਤੀ ਐਸੋਸੀਏਸ਼ਨ ਦੇ ਲਈ ਜਿਹੜੇ ਕਿ ਸਰਕਾਰ ਵੱਲੋਂ ਦੀ ਫੈਸਲੇ ਆ ਰਹੇ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਤੇ ਅੱਜ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਅੱਗੇ ਦੀ ਰਣਨੀਤੀਆਂ ਕਿਉਂ ਲਿਖੀਆਂ ਗਈਆਂ ਨੇ ਉਹਦੇ ਬਾਰੇ ਵੀ ਜ਼ਰੂਰ ਦੱਸਿਓ। ਦੇਖੋ ਇਹ ਤਿੰਨੇ ਕਾਨੂੰਨਾਂ ਦਾ ਜੋ ਕਿਸਾਨਾਂ ਆੜਤੀਆਂ ਮੰਡੀਆਂ ਤੇ ਮਜ਼ਦੂਰਾਂ ਦੇ ਉੱਤੇ ਦੇਸ਼ ਵਾਸੀਆਂ ਤੇ ਅਸਰ ਹੋਣਾ ਸੀ ਉਹਦੇ ਪਹਿਲੇ ਜਿਹੜੇ ਨਤੀਜੇ ਨੇ ਆਉਣੇ ਸ਼ੁਰੂ ਹੋ ਗਏ ਨੇ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਲਿਖ ਕੇ ਭੇਜਿਆ ਕਿ ਜੋ ਕਿਸਾਨ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈ ਸਿਰਫ ਉਹਦੀ ਫਸਲ ਜਿਹੜੀ ਹੈ ਵਿਕੇਗੀ, ਦੂਜਾ ਕਿਸਾਨ ਦੀ ਕਿਸੇ ਦੀ ਵੀ ਫਸਲ ਜਿਹੜੀ ਹੈ ਨਹੀਂ ਵਿਕੇਗੀ। ਪੰਜਾਬ ਦੇ ਵਿੱਚ 40% ਕਿਸਾਨ ਐਸਾ ਜਿਹੜਾ ਠੇਕੇ ਦੇ ਜ਼ਮੀਨਾਂ ਲੈ ਕੇ ਖੇਤੀ ਕਰਦਾ ਹੈ ਔਰ ਅੱਜ ਅਗਰ ਉਹਨਾਂ ਦਾ ਰੈਵਨਿਊ ਰਿਕਾਰਡ ਦੇ ਵਿੱਚ ਨਾਮ ਨਹੀਂ ਹੈ, ਉਹਨਾਂ ਦੀ ਫਸਲ ਨਹੀਂ ਵਿਕੇਗੀ। ਇਹਦੇ ਨਾਲ ਜੋ ਉਹਨਾਂ ਨੇ ਠੇਕੇ ਦੇ ਜ਼ਮੀਨ ਲੈਣ ਲਈ ਆੜਤੀਆਂ ਤੋਂ ਕਰਜ਼ਾ ਲਿਆ ਉਹ ਵੀ ਨਹੀਂ ਉਹ ਮੋੜ ਸਕਣਗੇ ਔਰ ਆਪਣੇ ਬੱਚਿਆਂ ਲਈ ਜਿਹੜਾ ਉਹਨਾਂ ਨੇ ਇੰਨੇ ਖਰਚੇ ਕਰਕੇ ਫਸਲ ਪਾਲੀ ਸੀ ਉਹ ਵੀ ਅਗਰ ਉਹ ਸਰਕਾਰੀ ਕੀਮਤ 'ਤੇ ਨਹੀਂ ਵੇਚ ਸਕਣਗੇ ਤਾਂ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਸਾਡੇ ਵੱਡੇ ਵਰਗ ਦਾ ਪੰਜਾਬ ਅੰਦਰ ਹੋਏਗਾ। ਸੋ ਇਸ ਵਿਸ਼ੇ ਦੇ ਉੱਤੇ ਬੜੀ ਵਿਸਥਾਰਪੂਰਵਕ ਪੰਜਾਬ ਦੇ ਕਿਸਾਨਾਂ ਨੇ, ਆੜਤੀਆਂ ਨੇ ਔਰ ਹਰਿਆਣਾ ਦੇ ਵੀ ਕਿਸਾਨਾਂ ਆੜਤੀਆਂ ਨੇ, ਰਾਜਸਥਾਨ ਦੇ ਵੀ ਕਿਸਾਨਾਂ ਆੜਤੀਆਂ ਨੇ ਜਿਹੜੀ ਹੈ ਉਹ ਸੰਯੁਕਤ ਮੋਰਚੇ ਅੱਗੇ ਜਿਹੜੀ ਹੈ ਮੰਗ ਰੱਖੀ ਹੈ ਕਿ ਕੋਈ ਵੀ ਕਿਸਾਨ ਜਿਹੜਾ ਉਹ ਫਰਦ ਇਸ ਸੰਬੰਧ ਦੇ ਵਿੱਚ ਆਪਣੇ ਮਤਲਬ ਜਿਹੜਾ ਮਹਿਕਮਿਆਂ ਨੂੰ ਨਾ ਦੇਵੇ। ਸੋ ਇੱਥੇ ਜੋ ਅੱਜ ਕਿਸਾਨ ਮੋਰਚਾ ਫੈਸਲਾ ਕਰੇਗਾ ਉਹਦੇ ਵਾਸਤੇ ਜੋ ਹੈ ਉਹ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ ਦੱਸਣਗੇ। ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਇੰਨਾ ਕਿਸਾਨ ਮਾਰੂ ਫੈਸਲਾ ਹੈ, ਇੰਨਾ ਆੜਤੀ ਮਾਰੂ ਫੈਸਲਾ ਹੈ, ਇਹਦੇ ਉੱਤੇ ਇੱਕਮਤ ਹੋ ਕੇ ਸਾਰੇ ਜਿਹੜੇ ਨੇ ਉਹ ਲੜਨਗੇ। ਅੱਜ ਜੋ ਵੀ ਕਿਸਾਨ ਲੜਾਈ ਲੜ ਰਹੇ ਨੇ ਉਹ ਇਕੱਲੀ ਕਿਸਾਨੀ ਨੂੰ ਬਚਾਉਣ ਲਈ ਨਹੀਂ, ਉਹ ਮੰਡੀਆਂ ਬਚਾਉਣ ਲਈ ਵੀ ਲੜਾਈ ਲੜ ਰਹੇ ਨੇ, ਦੇਸ਼ ਦੇ ਗਰੀਬਾਂ ਲਈ ਵੀ ਲੜਾਈ ਲੜ ਰਹੇ ਨੇ, ਮੁਲਾਜ਼ਮਾਂ ਲਈ ਵੀ ਲੜਾਈ ਲੜ ਰਹੇ ਨੇ ਔਰ ਜਿਨ੍ਹਾਂ ਨੂੰ
ਪ੍ਰਾਈਵੇਟ ਕੰਪਨੀਆਂ ਕਰਕੇ ਛੋਟੇ ਵਪਾਰੀਆਂ ਨੇ ਖਤਮ ਹੋ ਜਾਣਾ, ਉਹਨਾਂ ਲਈ ਵੀ ਲੜਾਈ ਲੜਨੀ। ਫੈਸਲੇ ਕੀ ਲਏ ਗਏ ਨੇ ਇਸ ਮੀਟਿੰਗ ਦੇ ਵਿੱਚ ਜਿਹੜੀ ਅੱਜ ਦੀ ਹੋਈ ਹੈ, ਕੀ ਅੱਗੇ ਵਾਲੀ ਰਣਨੀਤੀਆਂ ਹੋਣ ਵਾਲੀਆਂ? ਮੀਟਿੰਗ ਸੰਬੰਧੀ ਤਾਂ ਫੈਸਲੇ ਜਿਹੜੇ ਨੇ ਉਹ ਸੰਯੁਕਤ ਮੋਰਚੇ ਦੇ ਆਗੂ ਸਾਹਿਬਾਨ ਦੱਸਣਗੇ, ਪਰ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਵਿਸਥਾਰ ਨਾਲ ਮੀਟਿੰਗ ਹੋਈ ਹੈ ਉਹਦੇ ਤੇ ਜ਼ਰੂਰ ਸਖਤ ਫੈਸਲਾ ਜਿਹੜੇ ਨੇ ਉਹ ਲਏ ਜਾਣਗੇ। ਪਰ ਅਸੀਂ ਅੱਜ ਦੀ ਜਿਹੜੀ ਤਰੀਕ 'ਚ ਮੁੱਖ ਤੌਰ ਤੇ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਏ ਹਾਂ, ਕਿਉਂਕਿ ਅੱਗੇ ਹਾਰਵੈਸਟਿੰਗ ਕਣਕ ਦਾ ਸੀਜ਼ਨ ਆਉਣ ਵਾਲਾ ਹੈ ਔਰ ਕਿਸਾਨ ਜਿਹੜੇ ਨੇ ਉਹਨਾਂ ਨੇ ਵਾਪਸ ਖੇਤਾਂ ਦੇ ਵਿੱਚ ਵੀ ਆਪਣੇ ਕੰਮ ਕਰਨੇ ਨੇ। ਤਾਂ ਇਸ ਚੀਜ਼ ਲਈ ਕਿ ਇਸ ਕਿਸਾਨ ਮੋਰਚੇ ਦੇ ਵਿੱਚ ਜਿਹੜੀ ਹੈ ਕਿਸਾਨਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਬਰਕਰਾਰ ਰੱਖੀ ਜਾਵੇ ਤਾਂ ਕਿ ਇਹ ਮੋਰਚਾ ਨਿਰਵਿਘਨ ਚੱਲਦਾ ਰਹੇ। ਤਾਂ ਉਹਦੇ 'ਚ ਸਮਾਜ ਦੇ ਉਹਨਾਂ ਸਾਰੇ ਵਰਗਾਂ ਨੂੰ ਵੀ ਪਾਰਟਿਸਿਪੇਟ ਕਰਾਉਣ ਦਾ ਫੈਸਲਾ ਕੀਤਾ ਗਿਆ ਜਿਹੜੇ ਖੁਦ ਜਿਹੜੇ ਆ ਕਣਕ ਦੀ ਵਢਾਈ ਦੇ ਵਿੱਚ ਜਿਹੜਾ ਉਹ ਭਾਗ ਨਹੀਂ ਲੈ ਰਹੇ, ਭਾਵੇਂ ਉਹ ਰਿਟਾਇਰ ਮੁਲਾਜ਼ਮ ਨੇ, ਭਾਵੇਂ ਉਹ ਮਜ਼ਦੂਰ ਨੇ, ਭਾਵੇਂ ਆੜ੍ਹਤੀ ਨੇ, ਉਹਨਾਂ ਸਾਰੇ ਵਰਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ। ਔਰ ਇਸੇ ਤਰੀਕੇ ਨਾਲ ਜਿਹੜਾ 19 ਤਰੀਕ ਨੂੰ ਇੱਕ ਸੰਕੇਤਕ ਤੌਰ ਤੇ ਜਿਹੜੀ ਹੈ ਉਹ ਹੜਤਾਲ ਮੰਡੀਆਂ ਦੇ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਪੰਜਾਬ ਦੀਆਂ ਮੰਡੀਆਂ ਸਾਡੀਆਂ ਪਿਛਲੇ 10 ਤਰੀਕ ਤੋਂ ਹੀ ਬੰਦ ਨੇ, ਇੱਕ ਵੀ ਦਾਣਾ ਜਿਹੜਾ ਪਿਛਲੇ 10 ਦਿਨਾਂ ਤੋਂ ਉਹ ਨਹੀਂ ਵਿਕ ਰਿਹਾ। ਔਰ ਇਹਦੇ ਨਾਲ ਹੀ 26 ਤਰੀਕ ਦਾ ਜੋ ਭਾਰਤ ਬੰਦ ਹੈ ਉਹਦੇ 'ਚ ਵੀ ਸਮੁੱਚਾ ਆੜ੍ਹਤੀ ਵਰਗ ਜਿਹੜਾ ਉਹ ਉਸ ਦਿਨ ਮੰਡੀਆਂ ਵੀ ਬੰਦ ਰੱਖੇਗਾ। ਔਰ ਮੰਡੀਆਂ ਬੰਦ ਰੱਖਣ ਤੋਂ ਬਾਅਦ ਅਸੀਂ ਉੱਥੇ ਰੋਸ ਧਰਨੇ ਵੀ ਜਿਹੜੇ ਆ ਕਿਸਾਨ ਆੜ੍ਹਤੀ ਮਜ਼ਦੂਰ ਰਲ ਕੇ ਮੰਡੀਆਂ ਦੇ ਵਿੱਚ ਦੇਵਾਂਗੇ। ਤੇ ਇਹਦੇ ਨਾਲ ਹੀ ਇਹ ਫੈਸਲਾ ਕੀਤਾ ਗਿਆ ਕਿ ਜੋ ਸੰਯੁਕਤ ਮੋਰਚੇ ਵੱਲੋਂ ਨਵੀਂ ਰੂਪਰੇਖਾ ਬਣਾਈ ਜਾਏਗੀ ਇਸ ਸੰਬੰਧ ਦੇ ਵਿੱਚ ਫਰਦਾਂ ਦੇ ਸੰਬੰਧ 'ਚ, ਔਰ ਇਸ ਤੋਂ ਇਲਾਵਾ ਜਿਹੜੀਆਂ ਸਪੈਸੀਫਿਕੇਸ਼ਨਾਂ ਸਰਕਾਰ ਨੇ ਇਸ ਵਾਰ ਨਵੀਆਂ ਭੇਜੀਆਂ ਨੇ ਕੇਂਦਰ ਸਰਕਾਰ ਨੇ, ਉਹਦੇ 'ਚ ਮੋਇਸਚਰ ਨਮੀ ਦਾ ਜਿਹੜੀ ਮਾਤਰਾ ਹੈ ਉਹ ਘਟਾਉਣ ਦਾ ਫੈਸਲਾ ਕੀਤਾ ਗਿਆ, ਜਿਹਦੇ ਨਾਲ ਕਿਸਾਨਾਂ ਦੀ ਫਸਲ ਦੀ ਵਿਕਰੀ 'ਤੇ ਵੀ ਜਿਹੜਾ ਬਹੁਤ ਮਾੜਾ ਅਸਰ ਪਏਗਾ। ਔਰ ਫੋਰਨ ਮੈਟਰ ਜਿਹੜੀ ਸਫਾਈ ਹੈ ਉਹਦੇ ਵੀ ਮਾਪਦੰਡ ਬੜੇ ਸਖਤ ਕੀਤੇ ਗਏ ਨੇ। ਸੋ ਇਹ ਇੱਕ ਤਰੀਕੇ ਨਾਲ MSP ਤੋਂ ਵਾਈ ਮੀਡੀਆ ਕੱਢਿਆ ਗਿਆ ਕਿ ਕਿਵੇਂ ਕਿਸਾਨਾਂ ਨੂੰ ਅੱਧੇ ਪਚੱਧੇ ਕਿਸਾਨਾਂ ਨੂੰ ਜਿਹੜਾ ਉਹ MSP ਤੋਂ ਵਾਂਝਾ ਕਰ ਦਿੱਤਾ ਜਾਵੇ ਤੇ ਜਿਹੜਾ ਸਰਕਾਰ ਦੇ ਉੱਤੇ ਭਾਰ ਪੈਂਦਾ PDS ਦਾ ਇਹਨੂੰ ਘਟਾ ਲਿਆ ਜਾਵੇ। ਇਹ ਬਹੁਤ ਮਾੜੀ ਜਿਹੜੀ ਸੋਚ ਲੈ ਕੇ ਚੱਲਿਆ ਜਾ ਰਿਹਾ। ਮੈਂ ਸਮਝਦਾ ਵੀ ਕਿਸਾਨ ਵਰਗ ਜਿਹੜਾ ਹੈਗਾ ਇਹ ਇਸ ਵੇਲੇ ਆਪਣਾ ਜ਼ਿੰਦਗੀ ਮੌਤ ਦੀ ਲੜਾਈ ਸਮਝ ਕੇ ਲੜ ਰਿਹਾ ਹੈ ਤੇ ਆੜ੍ਹਤੀ ਵਰਗ ਵੀ, ਕਿਉਂਕਿ ਸਾਡਾ ਵੀ ਕਿਸਾਨਾਂ ਨਾਲ ਹੀ ਸੰਬੰਧ ਹੈ। ਅਗਰ ਕਿਸਾਨ ਬਚੇਗਾ ਤਾਂ ਆੜ੍ਹਤੀ ਬਚੇਗਾ। ਅਸੀਂ ਵੀ ਕਿਸਾਨਾਂ ਨਾਲ ਮੋਢਾ ਲਾ ਕੇ ਵਚਨ ਕਰਕੇ ਆਏ ਹਾਂ ਮਤਲਬ ਕਿਸਾਨ ਆਗੂਆਂ ਨੂੰ ਕਿ ਆੜ੍ਹਤੀ ਵਰਗ ਜਿਹੜਾ ਹੈ ਉਹ ਤੁਹਾਡੇ ਨਾਲ ਮੋਢਾ ਲਾ ਕੇ ਬੰਦ ਵੀ ਔਰ ਮੰਡੀਆਂ ਦੇ ਵਿੱਚ ਹੜਤਾਲ ਵੀ ਔਰ ਦਿੱਲੀ ਦੇ ਵਿੱਚ ਇਸ ਰੋਸ ਧਰਨੇ ਸ਼ਮੂਲੀਅਤ ਦੇ ਵਿੱਚ ਵੀ ਪੂਰਾ ਹਿੱਸਾ ਲਏਗਾ। ਇਸ ਵੇਲੇ ਜਿਵੇਂ ਤੁਸੀਂ ਆਪ ਜਾਣਦੇ ਹੋ ਵੀ ਵਾਢੀ ਦਾ ਸੀਜ਼ਨ ਆ ਗਿਆ ਤੇ ਹੁਣ ਜਿਹੜੀਆਂ ਫਸਲਾਂ ਨੇ ਉਹ ਕਿਸਾਨਾਂ ਨੇ ਵੇਚਣੀਆਂ ਨੇ। ਜੇ ਮੰਡੀਆਂ ਬੰਦ ਰਹਿਣਗੀਆਂ ਤਾਂ ਸਰਕਾਰ ਵੀ ਦੂਸਰੇ ਪਾਸੇ ਇਹ ਕਹੀ ਜਾਂਦੀ ਹੈ ਵੀ ਅਸੀਂ ਦਾਣਾ ਕੱਲਾ ਦਾਣਾ ਜਿਹੜਾ ਉਹ ਕਣਕਾਂ ਦਾ ਚੱਕਾਂਗੇ। ਫਿਰ ਇਹ ਕਿਵੇਂ ਪੋਸੀਬਲ ਹੋਊਗਾ ਜੇ ਮੰਡੀਆਂ ਬੰਦ ਹੋਣਗੀਆਂ? ਦੇਖੋ, ਇਹਦੇ 'ਚ ਜਿਹੜੀਆਂ ਸੂਬਾ ਸਰਕਾਰਾਂ ਨੇ ਇਹ ਉਹ ਗੋਡੇ ਟੇਕ ਚੁੱਕੀਆਂ ਨੇ ਕੇਂਦਰ ਸਰਕਾਰ ਅੱਗੇ। ਜਿਹੜੇ ਅਫਸਰ ਨੇ ਕੰਪਨੀਆਂ ਨੇ ਉਹ ਸੂਬਿਆਂ ਦੇ ਵੀ ਖਰੀਦ ਲਏ ਤੇ ਸੈਂਟਰ ਦੇ ਵੀ ਖਰੀਦੇ ਹੋਏ ਨੇ। ਇਸ ਕਰਕੇ ਉਹਨਾਂ ਨੇ ਜੋ ਕਾਨੂੰਨ ਕੇਂਦਰ ਭੇਜ ਰਿਹਾ ਉਹਨਾਂ ਨੂੰ ਇਨ-ਬਿਨ ਲਾਗੂ ਕਰਨ ਦਾ ਫੈਸਲਾ ਕੀਤਾ, ਜਿਸ ਕਰਕੇ ਆੜ੍ਹਤੀ ਵਰਗ, ਮਜ਼ਦੂਰ ਵਰਗ, ਕਿਸਾਨ ਵਰਗ ਜਿੱਥੇ ਸੈਂਟਰ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰ ਰਿਹਾ, ਉੱਥੇ ਸੂਬੇ ਸਰਕਾਰਾਂ ਦੇ ਖਿਲਾਫ ਵੀ 26 ਤਰੀਕ ਦੇ ਬੰਦ ਤੋਂ ਬਾਅਦ ਕੋਈ ਸਖਤ ਫੈਸਲਾ ਲਿਆ ਜਾਏਗਾ। ਮੈਂ ਆਪਣੇ ਵੱਲੋਂ ਆੜ੍ਹਤੀ ਐਸੋਸੀਏਸ਼ਨ ਨੂੰ ਪ੍ਰਸਤਾਵ ਰੱਖ ਕੇ ਆਇਆ ਕਿ ਸਾਨੂੰ ਪੱਕਾ ਮੋਰਚਾ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਰੁੱਧ ਚੰਡੀਗੜ੍ਹ 'ਚ ਲਾਉਣਾ ਚਾਹੀਦਾ ਕਿ ਕਿਉਂ ਇਹ APMC ਐਕਟ ਜਿਹੜਾ ਹਿੰਦੁਸਤਾਨ ਦੇ ਸਾਰੇ ਸੂਬਿਆਂ ਨਾਲੋਂ ਵਧੀਆ ਐਕਟ ਹੈ ਸਾਡਾ, ਉਹਦੇ 'ਚ ਲਿਖਿਆ ਹੋਇਆ ਹੈ ਕਿ ਜਿਹੜਾ ਕਿਸਾਨ ਜੇ ਫਾਰਮ ਨਾਲ ਫਸਲ ਵੇਚੇਗਾ, ਜੇ ਫਾਰਮ ਤੋਂ ਉਹਨੂੰ ਪੈਸੇ ਦਿੱਤੇ ਜਾਣਗੇ। ਉਹਦੇ 'ਚ ਕੋਈ ਫਰਦ ਦਾ ਜ਼ਿਕਰ ਨਹੀਂ ਹੈ ਤਾਂ ਉਹਦਾ ਵੇਰਵਾ ਲਿਖ ਕੇ ਭੇਜਿਆ ਜਾਵੇ। ਤੋਮਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਜਿਹੜੀ ਸੂਬਿਆਂ ਦੀ APMC ਦੇ ਵਿੱਚ ਕੋਈ ਦਖਲ ਨਹੀਂ ਦੇਵਾਂਗੇ, ਤਾਂ APMC ਪੰਜਾਬ ਹਰਿਆਣੇ ਦੀ ਜਿਹੜੀ ਹੈ ਉਹ ਕਿਸਾਨ ਨੂੰ ਹੱਕ ਦਿੰਦੀ ਹੈ ਕਿ ਉਹ ਫਸਲ ਜਿੱਥੇ ਮਰਜ਼ੀ ਬੀਜੇ, ਜਿੱਥੇ ਮਰਜ਼ੀ ਵੱਢੇ, ਉਹ ਮੰਡੀ 'ਚ ਲਿਆ ਕੇ ਜਦੋਂ ਉਹਦਾ ਜੇ ਫਾਰਮ ਵਿਕ ਗਿਆ ਉਹਦੇ ਪੈਸੇ ਉਹਨੂੰ ਸਰਕਾਰ ਨੂੰ ਦੇਣੇ ਪੈਣਗੇ। ਔਰ ਉਸੇ ਅਸੀਂ ਫੈਸਲੇ ਦੇ ਉੱਤੇ ਪਹਿਰਾ ਦੇਵਾਂਗੇ। ਜੋ ਨਵੇਂ ਫੈਸਲੇ ਗੌਰਮੈਂਟ ਲਾਗੂ ਕਰਨਾ ਚਾਹੁੰਦੀ ਹੈ ਤੇ ਸੂਬਾ ਸਰਕਾਰ ਉਹਦਾ ਜਿਹੜਾ ਹੈ ਉਹ ਉਹਨਾਂ ਦਾ ਸਹਿਯੋਗ ਕਰ ਰਹੀ ਹੈ, ਇਹਦਾ ਵੀ ਅਸੀਂ ਡਟ ਕੇ ਵਿਰੋਧ ਕਰਾਂਗੇ। ਜੇ ਪੰਜਾਬ ਸਰਕਾਰ ਨੇ ਸੂਬੇ ਦੇ ਇਸ ਫੈਸਲੇ ਦੇ ਬਾਰੇ ਚਿੱਠੀ ਨਾ ਭੇਜੀ ਤਾਂ ਪੰਜਾਬ ਸਰਕਾਰ ਵਿਰੁੱਧ ਵੀ ਧਰਨੇ ਜਿਹੜੇ ਨੇ ਲਾਏ ਜਾਣਗੇ। ਸਰਕਾਰ ਇਹ ਗੱਲ ਸਮਝਾਉਣ ਦੇ ਵਿੱਚ ਲੱਗੀ ਹੋਈ ਹੈ ਕਿਸਾਨਾਂ ਨੂੰ ਵੀ ਕਿਵੇਂ ਆੜ੍ਹਤੀਏ ਵਿੱਚੋਂ ਦੀ ਕਮਿਸ਼ਨ ਖਾਂਦੇ ਨੇ ਜਾਂ ਵਿਚੋਲੀਆਂ ਨੂੰ ਅਸੀਂ ਕਿਵੇਂ ਬਾਹਰ ਕੱਢਾਂਗੇ ਤੇ ਡਾਇਰੈਕਟ ਪੇਮੈਂਟ ਜਿਹੜੀ ਹੈ ਕਿਸਾਨਾਂ ਦੇ ਅਕਾਊਂਟਾਂ ਦੇ ਵਿੱਚ ਪੈਣੀਆਂ ਸ਼ੁਰੂ ਹੋਣਗੀਆਂ ਤੇ ਕਿਸਾਨਾਂ ਨੂੰ ਇਹਦਾ ਫਾਇਦਾ ਹੋਊਗਾ। ਇਹ ਚੀਜ਼ ਸਮਝਾਉਣ 'ਚ ਲੱਗੇ ਨੇ। ਇਹਨੂੰ ਕਿਵੇਂ ਦੇਖਦੇ ਹੋ? ਆੜ੍ਹਤੀਆਂ ਨੂੰ ਦੇਖੋ ਬੀਬਾ, ਗੰਨੇ ਦੀ ਪੇਮੈਂਟ ਬਿਨਾਂ ਆੜ੍ਹਤੀਆਂ ਤੋਂ ਮਿਲਦੀ ਸੀ। ਗੰਨੇ ਦੀ ਪੇਮੈਂਟ 'ਚ ਕੋਈ ਆੜ੍ਹਤੀ ਨਹੀਂ ਸੀ ਹੁੰਦਾ, ਲੇਕਿਨ ਉੱਥੇ ਕਿਸਾਨਾਂ ਦਾ ਇੰਨਾ ਬੁਰਾ ਹਾਲ ਹੁੰਦਾ ਕਿ 3-3 ਸਾਲ ਪੈਸੇ ਨਹੀਂ ਮਿਲਦੇ।
ਕਿਸਾਨ ਦੇ ਪੈਸੇ ਸਰਕਾਰ ਤੋਂ ਮਹੀਨਾ ਬਾਅਦ ਆਉਣ, 2 ਮਹੀਨੇ ਬਾਅਦ ਹੋਣ। ਸਾਡੀ ਅਜੇ ਤੱਕ ਪੇਮੈਂਟ 2019 ਦੀ ਸਰਕਾਰ ਨੇ ਨਹੀਂ ਦਿੱਤੀ, ਲੇਕਿਨ ਕੋਈ ਕਿਸਾਨ ਵੀ ਪੰਜਾਬ, ਹਰਿਆਣੇ, ਰਾਜਸਥਾਨ 'ਚ ਨਹੀਂ ਕਹਿ ਸਕਦਾ ਕਿ ਮੈਨੂੰ ਪੇਮੈਂਟ ਨਹੀਂ ਮਿਲੀ। ਯੂਪੀ ਦੇ ਵਿੱਚ ਆੜ੍ਹਤੀ ਹੈ ਨਹੀਂ, ਸਿੱਧਾ ਕਿਸਾਨ ਜਿਹੜੇ ਨੇ ਉਹ ਗੋਦਾਮਾਂ 'ਚ ਜਾ ਕੇ ਮਾਲ ਵੇਚਦੇ ਨੇ। 10-10 ਕਿਲੋਮੀਟਰ ਲੰਮੀਆਂ ਲਾਈਨਾਂ ਲੱਗਦੀਆਂ ਨੇ, ਕਿਸਾਨ 6-6 ਦਿਨ ਟਰਾਲੀਆਂ ਦੇ ਉੱਤੇ ਮੱਛਰ ਦੇ ਵਿੱਚ ਜਿਹੜਾ ਰਾਤਾਂ ਗੁਜ਼ਾਰਦੇ ਨੇ। ਲੇਕਿਨ ਜਿੱਥੇ ਆੜ੍ਹਤੀ ਸਿਸਟਮ ਹੈ, ਸ਼ਾਮ ਨੂੰ ਮੋਢੇ ਤੇ ਪਰਨਾ ਰੱਖ ਕੇ ਕਿਸਾਨ ਸ਼ਾਨ ਨਾਲ ਘਰੇ ਆਪਣੇ ਬੱਚਿਆਂ 'ਚ ਜਾਂਦਾ ਹੈ। ਸੋ ਆੜ੍ਹਤੀਆਂ ਦੇ ਨਾਲ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ। ਇਹ ਜੋ ਲੋਕ ਇਹ ਪ੍ਰਚਾਰ ਕਰਦੇ ਨੇ ਵੀ ਆੜ੍ਹਤੀ ਖਤਮ ਹੋ ਜਾਣਗੇ, ਕਿਸਾਨਾਂ ਨੂੰ ਸਿੱਧੀ ਪੇਮੈਂਟ ਮਿਲੇਗੀ, ਵਿਚੋਲੀਆ ਖਤਮ ਹੋ ਜਾਏਗਾ, ਇਹ ਵਿਚੋਲੀਆ ਨਹੀਂ ਖਤਮ ਹੋਏਗਾ। ਇਹ ਕਿਸਾਨ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਇਹ ਸਰਕਾਰ ਚੱਲ ਰਹੀ ਹੈ ਜੀ। ਪਰ ਸਰਕਾਰ ਇਸ ਵੇਲੇ ਇਹ ਗੱਲ ਕਹਿ ਚੁੱਕੀ ਹੈ ਵੀ ਬਿਜ਼ਨਸ ਕਰਨਾ ਸਰਕਾਰ ਦਾ ਕੰਮ ਨਹੀਂ ਹੈਗਾ, ਸਰਕਾਰ ਦਾ ਕੰਮ ਹੈ ਲੋਕਾਂ ਦਾ ਵੈਲਫੇਅਰ ਦੇਖਣਾ। ਇਸ ਕਰਕੇ ਹਰ ਇੱਕ ਚੀਜ਼ ਦਾ ਨਿੱਜੀਕਰਨ ਹੋ ਰਿਹਾ ਹੈ। ਜਿਵੇਂ ਦੇਖਿਆ ਤਾਂ ਆਏ ਦਿਨ ਪਤਾ ਲੱਗ ਜਾਂਦਾ ਕਦੇ ਕੋਈ ਰੇਲਵੇ ਸਟੇਸ਼ਨ ਦਾ ਨਿੱਜੀਕਰਨ ਹੋ ਰਿਹਾ ਹੈ, ਜਿਵੇਂ ਕਿਸਾਨਾਂ ਦਾ ਤੁਸੀਂ ਦੇਖ ਲਿਆ ਵੀ ਇਹਦੇ ਤਾਂ ਐਕਟ ਆ ਹੀ ਰਹੇ ਨੇ ਜਿਹੜੇ ਆ ਰਹੇ ਨੇ। ਉਸ ਤੋਂ ਬਾਅਦ ਕਦੇ ਕੁਝ ਨਿੱਜੀਕਰਨ ਹੋ ਰਿਹਾ ਕਿਸੇ ਚੀਜ਼ ਦਾ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਸਰਕਾਰ ਹਰ ਇੱਕ ਚੀਜ਼, ਇਹ ਬਹੁਤ ਮਾੜੀ ਸੋਚ ਹੈ ਸਰਕਾਰ ਦੀ। ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਬਹੁਤ ਕੁਝ ਨਿੱਜੀਕਰਨ ਹੋ ਸਕਦਾ ਹੈ। ਅੱਧੇ ਬੈਂਕ ਨਿੱਜੀਕਰਨ ਕਰਤੇ, ਅੱਧਿਆਂ ਨੂੰ ਸਰਕਾਰੀ ਰੱਖੋ, ਤਾਂ ਕਿ ਨਿੱਜੀ ਬੈਂਕ ਜਿਹੜੇ ਨੇ ਉਹ ਲੋਕਾਂ ਨੂੰ ਐਕਸਪਲਾਇਟ ਨਾ ਕਰਨ। ਇਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਆਪਣੀਆਂ ਕਮਿਊਨੀਕੇਸ਼ਨ ਦੀਆਂ ਕੰਪਨੀਆਂ ਨੇ, ਏਅਰਟੈਲ, ਆਈਡੀਆ, ਦੂਜੀਆਂ ਤੀਜੀਆਂ, ਇਹਨਾਂ ਨੂੰ ਵੀ ਕੰਮ ਕਰਨ ਦਿਓ ਮੁਕਾਬਲੇ 'ਚ। ਲੇਕਿਨ ਉਹਦੇ ਵਿੱਚ BSNL ਨੂੰ ਵੀ ਰੱਖੋ ਤਾਂ ਕਿ ਉਹ ਆਪਣਾ ਇੱਕ ਅਧਿਕਾਰ ਮੋਨੋਪੋਲੀ ਬਣਾ ਕੇ ਇਹ ਨਾ ਹੋਵੇ ਵੀ ਆਪਣੇ ਲੋਕਾਂ ਨੂੰ 500 ਦਾ ਜਿਹੜਾ ਹੈਗਾ ਉਹ ਮਹੀਨੇ ਦਾ ਕਿਰਾਇਆ ਲਾਉਣ ਲੱਗ ਜਾਣ। ਇਸੇ ਤਰੀਕੇ ਨਾਲ FCI ਹੈ, ਪ੍ਰਾਈਵੇਟਾਂ ਨੂੰ ਵੀ ਖਰੀਦਣ ਦਿਓ, ਲੇਕਿਨ FCI ਦੇ ਗੋਦਾਮਾਂ ਦੇ ਵਿੱਚੋਂ ਵੀ ਜਿਹੜੀ ਇੱਕ ਸਰਕਾਰੀ ਕੀਮਤ ਜਿਹੜੀ ਹੈ ਬਰਕਰਾਰ ਰਹੇ, ਤਾਂ ਕਿ ਇਹ ਨਾ ਹੋਵੇ ਕਿ ਅਡਾਨੀ ਅਬਾਨੀ ਕੱਲ੍ਹ ਨੂੰ 2000 ਰੁਪਏ ਕਣਕ ਲੈ ਕੇ ਤੇ 4000 ਨੂੰ ਵੇਚੇ। ਇਹ ਤਿੰਨੇ ਅਦਾਰੇ ਜਿਹੜੇ ਨੇ ਇਹ ਕੇਂਦਰ ਸਰਕਾਰ ਨੂੰ ਕਿਸੇ ਕੀਮਤ 'ਤੇ ਖਤਮ ਨਹੀਂ ਕਰਨੇ ਚਾਹੀਦੇ। ਇਹ ਬੈਲੈਂਸ 'ਚ ਰੱਖ ਕੇ ਸਰਕਾਰੀ ਵੀ ਚੱਲੇ, ਪ੍ਰਾਈਵੇਟ ਵੀ ਚੱਲੇ, ਇਹਦੇ ਨਾਲ ਇਹ ਦੇਸ਼ ਦਾ ਭਲਾ ਹੋ ਸਕਦਾ। ਅਗਰ ਸਾਰਾ ਸਰਕਾਰੀ ਤੰਤਰ ਖਤਮ ਕਰਤਾ, ਇਹ ਇੱਕ ਹੋਟਲ 'ਚ ਮੀਟਿੰਗ ਕਰਕੇ ਸਾਰੀਆਂ ਕੰਪਨੀਆਂ ਪੂਰੇ ਦੇਸ਼ ਵਾਸੀਆਂ ਨੂੰ ਲੁੱਟਿਆ ਕਰਨਗੀਆਂ ਔਰ ਇਸ ਦੇਸ਼ ਦੇ ਵਿੱਚ ਜਿਹੜਾ ਹੈ ਅਰਾਜਕਤਾ ਫੈਲ ਜਾਏਗੀ। ਜੀ ਹਲੇ ਤੋਮਰ ਸਾਹਿਬ ਨੇ ਕਿਹਾ ਸੀਗਾ ਵੀ ਜੇ ਵੈਸਟ ਬੰਗਾਲ ਦੇ ਵਿੱਚ ਜਿਸ ਹਿਸਾਬ ਨਾਲ ਰੈਲੀਆਂ ਚੱਲ ਰਹੀਆਂ ਨੇ ਜਾਂ ਰਣਨੀਤੀ ਜਿਹੜੀ ਅਪਣਾਈ ਹੈ ਕਿਸਾਨ ਆਗੂਆਂ ਨੇ ਵੀ ਉਹ ਟੱਕਰਾਂ ਹੀ ਮਾਰ ਰਹੇ ਨੇ, ਸਿਰਫ ਉਹਦੇ ਨਾਲ ਕੁਝ ਨਹੀਂ ਹੋਣਾ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਉਸੇ ਚੀਜ਼ਾਂ ਤੇ ਅੜੀ ਹੋਈ ਹੈ ਵੀ ਅਸੀਂ ਸੌਦਾ ਕਰ ਦੇਣੇ ਆ ਜਾਂ ਇਹ ਟੱਕਰਾਂ ਮਾਰ ਰਹੇ ਨੇ। ਹਲੇ ਵਿੱਚੋਂ ਜੀ ਜਿਹੜੀ ਸਰਕਾਰ ਦੇ ਖੁਦ ਦੇ ਮੰਤਰੀ ਨੇ, ਕਈ ਵਿੱਚੋਂ ਦੀ ਲੱਤਾਂ ਵੀ ਖਿੱਚਦੇ ਨੇ, ਕਈ ਇਹ ਵੀ ਕਹਿੰਦੇ ਨੇ ਵੀ ਨਹੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਹਨਾਂ ਨੂੰ ਕਿਵੇਂ ਦੇਖਦੇ? ਦੇਖੋ ਬੀਬਾ, ਜਿਹੜੀ ਪਬਲਿਕ ਹੈ ਨਾ, ਇਹ ਵੋਟਾਂ ਪਾਉਣ ਤੋਂ ਬਾਅਦ ਇਹਦੀ ਸ਼ਕਤੀ ਜਿਹੜੀ ਹੈ ਉਹ ਘਟ ਜਾਂਦੀ ਹੈ। ਸਰਕਾਰ ਦੀ ਸ਼ਕਤੀ ਵੋਟਾਂ ਤੋਂ ਬਾਅਦ ਸਰਕਾਰ ਬਣਾ ਕੇ ਵੱਧ ਜਾਂਦੀ ਹੈ। ਸਰਕਾਰ ਹੁਣ ਲੋਕਾਂ ਦੇ ਪੈਸੇ ਨਾਲ ਲੋਕਾਂ ਨਾਲ ਲੜਾਈ ਲੜ ਰਹੀ ਹੈ। ਅਸੀਂ ਆਪਣੀਆਂ ਜੇਬਾਂ 'ਚੋਂ ਪੈਸੇ ਲੈ ਕੇ ਸਰਕਾਰ ਨਾਲ ਲੜਾਈ ਲੜ ਰਹੇ ਹਾਂ। ਸਾਡੀ ਤੁਲਨਾ ਉਸ ਚਿੜੀ ਨਾਲ ਕੀਤੀ ਜਾ ਸਕਦੀ ਹੈ ਜਿਹੜੀ ਚੁੰਝ ਦੇ ਵਿੱਚ ਇੱਕ ਤੁਪਕਾ ਪਾਣੀ ਦਾ ਭਰ ਕੇ ਜੰਗਲ ਦੀ ਅੱਗ ਨੂੰ ਬੁਝਾਉਣ ਲਈ ਚੱਲੀ ਹੋਈ ਹੈ। ਇਹ ਸੂਬੇ ਜਿੱਤਣ, ਸਰਕਾਰਾਂ ਬਣਾਉਣ, ਉਹ ਵੱਖਰੀ ਗੱਲ ਹੈ, ਲੇਕਿਨ ਵਿਰੋਧ ਜਾਰੀ ਰੱਖਾਂਗੇ। ਬਿਲਕੁਲ, ਜਿਵੇਂ ਬਾਕੀ ਸਟੇਟਾਂ ਵੀ ਇਸ ਵੇਲੇ ਹੁਣ ਨਾਲ ਮਿਲ ਰਹੀਆਂ ਨੇ, ਤਾਂ ਲੱਗਦਾ ਹੈ ਵੀ ਜਿਹੜੇ ਜਿਵੇਂ ਬੈਂਕ ਪ੍ਰਾਈਵੇਟ ਹੋ ਰਹੇ ਨੇ ਉਹਦਾ ਇੱਕ ਧਰਨਾ ਵੱਖਰਾ ਹੈ, ਜਿਹੜੇ ਬੇਰੋਜ਼ਗਾਰ ਨੇ ਲੋਕ ਉਹਨਾਂ ਦਾ ਧਰਨਾ ਵੱਖਰਾ ਹੈ, ਉਹ ਸਾਰੇ ਜੁੜ ਰਹੇ ਨੇ ਜਦੋਂ ਇਸ ਅੰਦੋਲਨ ਦੇ ਨਾਲ, ਉਹਦੀ ਸ਼ਕਤੀ ਵੱਧ ਰਹੀ ਹੈ। ਜੇ ਪਰਮਾਤਮਾ ਨੇ ਚਾਹਿਆ, ਅਗਰ ਗੁਰੂ ਸਾਹਿਬ ਨੇ ਮਿਹਰ ਰੱਖੀ, ਆਉਣ ਵਾਲੀ ਸਰਕਾਰ ਕਿਸਾਨਾਂ ਦੀ ਬਣੇਗੀ ਔਰ ਕਿਸਾਨ ਵੀਰ ਜਿਹੜੇ ਨੇ ਇਹ ਸਾਰੇ ਹਿੰਦ ਵਾਸੀਆਂ ਨੂੰ ਇੱਕ ਵਧੀਆ ਪ੍ਰਸ਼ਾਸਨ ਦੇਣਗੇ। ਇਹ ਜਿਹੜੇ ਲਟੇਰੇ ਨੇ ਸਭ ਨੂੰ ਘਰੇ ਤੋੜ ਦੇਣਗੇ। ਜੀ, ਆੜਤੀ ਐਸੋਸੀਏਸ਼ਨ ਨੇ, ਆਖਰੀ ਸਵਾਲ ਹੈ ਬਸ ਮੇਰਾ, ਆੜਤੀ ਐਸੋਸੀਏਸ਼ਨ ਨੇ ਅੱਗੇ ਦੀ ਕੀ ਰਣਨੀਤੀ ਕੋਈ ਸੋਚੀ ਹੋਈ ਹੈ ਵੀ ਨੈਸ਼ਨਲ ਲੈਵਲ ਦੇ ਉੱਤੇ ਵੀ ਕੋਈ ਪ੍ਰੋਗਰਾਮ ਦੇਣਗੇ? ਦੇਖੋ, ਅਸੀਂ 5 ਸੂਬਿਆਂ ਦੇ ਵਿੱਚ ਸਾਡੀ ਆੜਤੀ ਐਸੋਸੀਏਸ਼ਨ ਦੀ ਮੀਟਿੰਗ ਚੱਲ ਰਹੀ ਹੈ। ਜੇਕਰ ਸਰਕਾਰ ਇਸ ਸੰਘਰਸ਼ ਤੋਂ ਆਪਣੀ ਅੜੀ ਇਹਨੇ ਨਾ ਛੱਡੀ ਤਾਂ ਅਸੀਂ ਇਹਨਾਂ 5 ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ 5 ਸਰਕਾਰਾਂ ਦੇ ਖਿਲਾਫ, ਸੂਬਿਆਂ ਦੀਆਂ ਦੇ ਔਰ ਸੈਂਟਰ ਗਵਰਨਮੈਂਟ ਦੇ ਖਿਲਾਫ ਇੱਕ ਵੱਡਾ ਅੰਦੋਲਨ ਜਿਹੜਾ ਨਾਰਥ ਇੰਡੀਆ ਦੇ ਵਿੱਚ ਉਹ ਸ਼ੁਰੂ ਕਰਾਂਗੇ। ਪਰ ਅਸੀਂ ਪਹਿਲਾਂ ਸਰਕਾਰ ਨੂੰ ਮੌਕਾ ਦਿੰਦੇ ਹਾਂ ਕਿ ਜੋ ਤੁਸੀਂ ਇਹ ਰੋਸ ਧਰਨੇ ਕਿਸਾਨ, ਆੜਤੀ, ਮਜ਼ਦੂਰ ਦੇ ਰਹੇ ਨੇ, ਇਹਨੂੰ ਮਤਲਬ ਜਿਹੜਾ ਗੰਭੀਰਤਾ ਨਾਲ ਲਓ। ਅਸੀਂ ਕੋਈ ਖੁਸ਼ੀ ਨਾਲ ਦਿੱਲੀ ਜਾ ਕੇ ਨਹੀਂ ਬੈਠੇ। ਸਾਡੀਆਂ ਬਹੁਤ ਜਾਇਜ਼ ਮੰਗਾਂ ਨੇ। ਕਿਸਾਨਾਂ ਨੇ ਜਿਹੜੇ ਇਹ ਕਾਨੂੰਨ ਲਿਆਂਦੇ ਨੇ, ਜੇ ਉਹ ਕਿਸਾਨਾਂ ਨੂੰ ਪਸੰਦ ਨਹੀਂ, ਇਹਨੂੰ ਵਾਪਸ ਲੈ ਲਓ। ਜੇ ਲਿਆਉਣਾ ਚਾਹੁੰਦੇ ਹੋ ਕਿਸਾਨਾਂ ਨੂੰ ਬੁਲਾਓ, ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਮੁਤਾਬਕ ਨਵੇਂ ਕਾਨੂੰਨ ਲੈ ਕੇ ਆਓ।
ਬਹੁਤ ਬਹੁਤ ਧੰਨਵਾਦ ਜੀ। ਇਹ ਸੀਗੇ ਰਵਿੰਦਰ ਚੀਮਾ ਜੀ ਜਿਨ੍ਹਾਂ ਨੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਹਲੇ ਇਹ ਸਿਰਫ ਇੱਕ ਸੰਕੇਤਕ ਜਿਹੜੀ ਹੈ ਰਣਨੀਤੀਆਂ ਜਿਹੜੀਆਂ ਉਹਨਾਂ ਨੇ ਉਲੀਕੀਆਂ ਨੇ। ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਵੱਡੇ ਪੱਧਰ ਤੇ ਜਿਹੜੇ ਨੇ ਪ੍ਰੋਗਰਾਮ ਉਲੀਕੇ ਜਾਣਗੇ, ਵੱਡੇ ਪੱਧਰ ਤੇ ਜਿਹੜੇ ਨੇ ਧਰਨੇ ਦਿੱਤੇ ਜਾਣਗੇ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਆੜਤੀ ਐਸੋਸੀਏਸ਼ਨ ਹੈ ਅੱਗੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਦੱਸ ਕੇ ਗਏ ਨੇ। ਸੋ ਰਣਨੀਤੀਆਂ ਜਿਹੜੀਆਂ ਨੇ ਤੈਅ ਹੋ ਰਹੀਆਂ ਨੇ। 26 ਦੀ ਬੰਦ ਦਾ ਵੀ ਕਹਿ ਕੇ ਗਏ ਨੇ ਵੀ ਆੜਤੀ ਐਸੋਸੀਏਸ਼ਨ ਮੋਢੇ ਨਾਲ ਮੋਢਾ ਲਗਾ ਕੇ ਕਿਸਾਨਾਂ ਦੇ ਖੜੀ ਰਹੇਗੀ। ਕੈਮਰਾਮੈਨ ਗੋਲਡੀ ਦੇ ਨਾਲ ਮੈਂ ਅਨੁਕੜਾ।